ਕੁਝ ਦਿਨਾਂ ਲਈ ਗੱਡ ਦਾ ਕੰਮ ਕਮੋਕੀ ਵਿੱਚ ਨਿਕਲਿਆ। ਮੈਂ ਉੱਥੇ ਗਿਆ ਹੋਇਆ ਸਾਂ। ਮਹੀਨੇ ਮਗਰੋਂ ਵਾਪਸ ਪਰਤਿਆ ਤਾਂ ਮਾਲੂਮ ਹੋਇਆ ਕਿ ਬਾਬੇ ਮਹਿੰਦ ਬਖਸ਼ ਨੂੰ ਘਰ ਵਾਲੇ ਮਨਾ ਕੇ ਲੈ ਗਏ ਨੇ। ਮੇਰੇ ਲਈ ਬਹੁਤ ਮਾੜਾ ਹੋਇਆ, ਪਰ ਕੀ ਕੀਤਾ ਜਾਂਦਾ। ਮੈਨੂੰ ਬੈਂਜੋ ਦੀ ਫਿਕਰ ਹੋਈ, ਪਰ ਘਰੋਂ ਮਾਲੂਮ ਹੋਇਆ ਕਿ ਬੈਂਜੋ ਘਰ ਵਿੱਚ ਆ ਗਈ ਏ। ਮੈਂ ਬਹੁਤ ਡਰਿਆ। ਭੇਤ ਖੁੱਲ੍ਹ ਗਿਆ ਸੀ। ਪਿਓ ਕੋਲੋਂ ਝਾੜਾਂ ਦੇ ਨਾਲ ਫੰਡ ਪੈਣ ਦਾ ਖੌਫ ਵੱਖ ਹੋਇਆ। ਮੈਂ ਬਹੁਤ ਘਬਰਾਇਆ ਹੋਇਆ ਸਾਂ। ਵਹੁਟੀ ਨੂੰ ਕੀ ਮਾਲੂਮ ਕਿ ਮੈਂ ਕਿਹੜੀ ਖਚਾ ਵਿੱਚ ਹਾਂ। ਉਹਨੇ ਹੱਸ ਕੇ ਆਖਿਆ, ਤੇਰੀ ਕੈਂਗ ਦੀਆਂ ਤਾਰਾਂ ਤੇ ਬਹੁਤ ਸੋਹਣੀਆਂ ਖੜਕਦੀਆਂ ਨੇ। ਹੈਂ, ਮੈਂ ਤਰਾਵਕ ਕੇ ਬੋਲਿਆ, ਤੂੰ ਤਾਰਾਂ ਵੀ ਖੜਕਾ ਲਈਆਂ ਨੇ? ਹੁਣ ਤੇ ਬਿਲਕੁਲ ਹੀ ਕੋਈ ਓਲਾ ਨਹੀਂ ਸੀ ਰਿਹਾ। ਹਾਂ ਜੀ, ਮੇਰੀ ਵਹੁਟੀ ਆਖਿਆ, ਸਭ ਨੂੰ ਸਭ ਕੁਝ ਮਾਲੂਮ ਏ, ਕਿਸੇ ਤੋਂ ਕੋਈ ਓਲਾ ਨਹੀਂ ਰਿਹਾ। ਹੁਣ ਕੀ ਬਣੇਗਾ? ਇਹ ਬਹੁਤ ਮਾੜਾ ਹੋਇਆ ਏ। ਇਹਦੇ ਨਾਲੋਂ ਤੇ ਚੰਗਾ ਸੀ ਕਿ ਬੈਂਜੋ ਬਾਬਾ ਹੀ ਲੈ ਜਾਂਦਾ। ਮੈਨੂੰ ਪਰੇਸ਼ਾਨ ਵੇਖ ਕੇ ਮੇਰੀ ਵਹੁਟੀ ਨੇ ਆਖਿਆ, ਕੁਝ ਨਹੀਂ ਹੁੰਦਾ, ਕੋਈ ਕੁਝ ਨਹੀਂ ਕਹਿੰਦਾ। ਕੈਂਗ ਹੈ ਤੇ ਤੇਰੀ ਨਾ? ਹੈ ਤੇ ਮੇਰੀ। ਮੈਂ ਆਖਿਆ, ਪਰ ਤੂੰ ਕਿਵੇਂ ਕਿਹਾ ਕਿ ਕੋਈ ਕੁਝ ਨਹੀਂ ਕਹਿੰਦਾ? ਜਾਂ ਫਿਰ ਤੈਨੂੰ ਮੇਰੇ ਪਿਓ ਦੇ ਸੁਭਾਅ ਦਾ ਪਤਾ ਨਹੀਂ, ਜਾਂ ਤੂੰ ਮੈਨੂੰ ਛੇੜ ਕੇ ਚਸਕਾ ਲੈਣਾ ਚਾਹੁੰਦੀ ਏ। ਨਹੀਂ, ਇਹਦੇ ਵਿੱਚ ਚਸਕੇ ਵਾਲੀ ਕੋਈ ਗੱਲ ਨਹੀਂ। ਪਿਓ ਦੇ ਸੁਭਾਅ ਦਾ ਵੀ ਮੈਨੂੰ ਪਤਾ ਏ। ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਇੱਕ ਸ਼ਰਤ ਏ। ਉਹ ਕਿਹੜੀ? ਮੇਰੇ ਮੂੰਹ ਵਿੱਚੋਂ ਬੇਖਿਆਰ ਨਿਕਲਿਆ। ਤੂੰ ਹੌਸਲਾ ਕਰ ਲਵੇਂ ਤਾਂ ਤੇਰੀ ਕੈਂਗ ਇੱਥੇ ਤੇਰੇ ਕੋਲ ਹੀ ਰਵੇਗੀ। ਤੇਰਾ ਸ਼ੌਂਕ ਮਾੜਾ ਨਹੀਂ। ਵਹੁਟੀ ਮੁਸਕਰਾ ਕੇ ਤਸੱਲੀ ਦਿੰਦਿਆਂ ਆਖਿਆ ਸੀ, ਇਹ ਗੱਲ ਤੂੰ ਕਹਿੰਦੀ ਏ, ਪਰ ਪਿਓ ਤੇ ਨਹੀਂ ਨਾ ਸਮਝਦਾ। ਤੂੰ ਇੰਜ ਕਰ, ਬੈਂਜੋ ਕਿਧਰੇ ਗਾਇਬ ਕਰ ਦੇ। ਮੈਨੂੰ ਬਹੁਤਾ ਡਰਿਆ ਜਾਣ ਕੇ ਉਸ ਖਿੱਝ ਕੇ ਆਖਿਆ, ਭਲਿਆ ਕਮਾਈ ਕਰਨ ਵਾਲੇ ਤਾਂ ਡੰਗਰ ਨੂੰ ਵੀ ਕੋਈ ਕੁਝ ਨਹੀਂ ਕਹਿੰਦਾ, ਸਗੋਂ ਉਹਦੀ ਸੇਵਾ ਕਰਦੇ ਨੇ। ਤੂੰ ਤੇ ਮਾਪਿਆਂ ਦਾ ਕਮਾਊ ਪੁੱਤਰ ਏ, ਤੈਨੂੰ ਨਾਰਾਜ਼ ਕਰਨਾ ਕੋਈ ਸੌਖੀ ਗੱਲ ਨਹੀਂ। ਵਾਹ, ਮੇਰੇ ਮੂੰਹੋਂ ਨਿਕਲਿਆ। ਗੱਲ ਤੇ ਤੇਰੀ ਠੀਕ ਏ। ਮੇਰੇ ਅੰਦਰੋਂ ਡਰ ਮੁੱਕ ਗਿਆ ਸੀ। ਕਈ ਦਿਨ ਤੀਕਰ ਉਡੀਕਦਾ ਰਿਹਾ ਕਿ ਕੋਈ ਨਾ ਕੋਈ ਘਰ ਦਾ ਜੀ ਬੈਂਜੋ ਦਾ ਜ਼ਿਕਰ ਛੇੜੇ ਤੇ ਸਾਫ਼ ਕਹਿ ਦਿਆਂ ਕਿ ਮੇਰਾ ਸ਼ੌਂਕ ਏ, ਪਰ ਕਿਸੇ ਵੀ ਨਾ ਪੁੱਛਿਆ। ਮੇਰੇ ਛੋਟੇ ਭਰਾਵਾਂ ਦਾ ਜਦ ਵੀ ਦਾ ਲੱਗਦਾ, ਝੱਟ ਤਾਰਾਂ ਖੜਕਾਵਣ ਬਹਿ ਜਾਂਦੇ ਸਨ। ਮੇਰੀ ਵਹੁਟੀ ਲਈ ਵੀ ਖੇਡ ਸੀ। ਉਹ ਵੀ ਛੋਟੇ ਦੇਵਰਾਂ ਦੇ ਨਾਲ ਰਲ ਕੇ ਤਾਰਾਂ ਨੂੰ ਛੇੜ ਲੈਂਦੀ ਸੀ। ਉਹਨਾਂ ਦੀ ਖਿੱਚ ਤੂ ਨਾਲ ਬੈਂਜੋ ਕਿੰਨੇ ਕੁ ਦਿਨ ਰਹਿ ਸਕਦੀ ਸੀ। ਆਖਰ ਟੁੱਟ ਭੱਜ ਕੇ ਖਿੱਲਰ ਪੁੱਲਰ ਗਈ। ਮੈਂ ਕਿੱਥੋਂ ਬਣਵਾਉਂਦਾ ਤੇ ਕਿਵੇਂ ਜੋੜਦਾ? ਪੁਰਜ਼ਾ ਹੋ ਕੇ ਆਖਰ ਬੈਂਜੋ ਗਵਾਚ ਹੀ ਗਈ। ਮੈਨੂੰ ਕੁਝ ਆਖਣ ਦੀ ਬਜਾਏ ਘਰ ਵਾਲਿਆਂ ਖੌਰੇ ਇਹ ਢੰਗ ਸੋਚਿਆ ਹੋਵੇ ਕਿ ਅਸਲ ਸ਼ੈ ਹੀ ਮੁਕਾ ਦਿੱਤੀ ਜਾਵੇ। ਜ਼ਿਮੀਂਦਾਰ ਦੇ ਲੋਭੂ ਤੇ ਰਸ ਚੂਸ ਰਵੱਈਏ ਪਾਰੋਂ ਲੋਕਾਂ ਦੇ ਪੱਲੇ ਕੱਖ ਨਹੀਂ ਸੀ ਬਚਦਾ। ਅਸਾਂ ਮੁਕਾਮੀ ਲੋਕ ਤੇ ਆਦੀ ਸਾਂ ਇਸ ਸੁਭਾਅ ਦੇ। ਅਰਾਈ ਲੋਕ ਜ਼ਿਆਦਾ ਦੇਰ ਤੀਕਰ ਜਰ ਨਾ ਸਕੇ। ਉਹਨਾਂ ਸ਼ੌਕ ਨਾਲ ਸਬਜ਼ੀ ਬੀਜਣ ਦਾ ਕੰਮ ਕੀਤਾ ਸੀ। ਬੜੀ ਖੇਚਲ ਤੇ ਖਰਚਾ ਵੀ ਬਹੁਤ ਕੀਤਾ ਸੀ। ਜ਼ਿਮੀਂਦਾਰ ਕੋਲੋਂ ਉਧਾਰ ਲੈ ਕੇ ਵੀ ਸਬਜ਼ੀ ਦੀ ਬਿਜਾਈ ਉੱਤੇ ਖਰਚ ਕਰ ਦਿੱਤਾ, ਪਰ ਇਹਨਾਂ ਪੱਕੀਆਂ ਜ਼ਮੀਨਾਂ ਤੇ ਕਲਰਾਠੀ ਭੋਏ ਵਿੱਚ ਭਲਾ ਸਬਜ਼ੀ ਕੀ ਵਧਣਾ ਫੁੱਲਣਾ ਸੀ। ਛੋਟਾ ਕੱਦ ਕਰਕੇ ਸਬਜ਼ੀ ਦੇ ਬੂਟੇ ਮਰੋੜ ਹੋ ਕੇ ਖਲੋ ਰਹਿੰਦੇ ਸਨ। ਪਾਣੀ ਦਿਓ ਤੇ ਕੱਕੇ ਹੋ ਕੇ ਮਰ ਜਾਂਦੇ ਸਨ। ਪਾਣੀ ਨਾ ਦਿਓ ਤੇ ਧੁੱਪ ਨਾਲ ਸੜ ਭੁੱਜ ਜਾਂਦੇ ਸਨ। ਅਰਾਈ ਲੋਕ ਮੁੜ ਖੇਚਲ ਕਰਦੇ, ਸਬਜ਼ੀ ਬੀਜਦੇ, ਖਾਦਾਂ ਪਾਵਦੇ, ਪਰ ਭਰਵੀਂ ਫਸਲ ਨਾ ਹੋ ਸਕੀ। ਜ਼ਿਮੀਂਦਾਰ ਦਾ ਕਰਜ਼ਾ ਵੱਖ ਸਿਰ ਤੇ ਚੜ੍ਹ ਗਿਆ। ਜਿਹੜੇ ਸ਼ੌਕ ਨੂੰ ਆਏ ਸਨ, ਉਹ ਸ਼ੌਕ ਹੁਣ ਉਲਟ ਹੋ ਗਿਆ ਸੀ। ਪਿਛਲੀ ਕੀਤੀ ਕਮਾਈ ਵੀ ਉਹ ਇੱਥੇ ਆ ਕੇ ਖਰਚ ਕਰ ਬੈਠੇ ਸਨ। ਅੱਗੋਂ ਕੁਝ ਵੱਟੀ ਦਾ ਨਹੀਂ ਸੀ। ਜਿਹੜੀ ਥੋੜ੍ਹੀ ਬਹੁਤ ਸਬਜ਼ੀ ਹੁੰਦੀ, ਉਹ ਜ਼ਿਮੀਂਦਾਰ ਦਾ ਉਧਾਰ ਵੀ ਨਹੀਂ ਸੀ ਪੂਰਾ ਕਰਦੀ। ਜ਼ਿਮੀਂਦਾਰ ਦੇ ਮੁੰਡੇ ਵੀ ਜਵਾਨ ਹੋ ਗਏ ਸਨ। ਉਹ ਵੀ ਜ਼ਮੀਨਾਂ ਉੱਤੇ ਗੇੜਾ ਮਾਰਿਆ ਕਰਦੇ ਤੇ ਅਰਾਈਆਂ ਨੂੰ ਕਿਸੇ ਨਾ ਕਿਸੇ ਫਜ਼ੂਲ ਕੰਮ ਤੇ ਲਾ ਲੈਂਦੇ। ਕਦੀ ਖਾਲ ਇੱਧਰੋਂ ਪੁੱਟ ਕੇ ਉੱਧਰ ਬਣਵਾਉਂਦੇ, ਕਦੀ ਹਵੇਲੀ ਢਾਹ ਕੇ ਉੱਧਰ ਬਣਵਾਉਂਦੇ। ਜ਼ਿਮੀਂਦਾਰ ਤੀਸਰੀ ਵਹੁਟੀ ਕੀਤੀ, ਜਿਹੜੀ ਸ਼ੇਖਾਂ ਦੀ ਧੀ ਸੀ। ਉਹ ਜ਼ਿਮੀਂਦਾਰ ਦੇ ਮੁਰੱਬਿਆਂ ਉੱਤੇ ਰੀਝ ਗਈ ਸੀ। ਉਹ ਵੀ ਜਦ ਕਦੀ ਮੁਰੱਬਿਆਂ ਦੀ ਸੈਰ ਨੂੰ ਆਉਂਦੀ ਤੇ ਕੋਈ ਆਪਣਾ ਵੱਖਰਾ ਹੁਕਮ ਦੇ ਜਾਂਦੀ, ਇੱਧਰ ਬਾਗ ਲਾਓ, ਉੱਥੇ ਸੜਕ ਬਣਾਓ, ਇੱਥੇ ਕਮਾਦ ਤੇ ਉੱਥੇ ਮਕਈ ਉਗਾਓ ਤੇ ਫੁੱਲ ਉਗਾਓ। ਇੰਜ ਰਾਹਕ ਸਭ ਦੇ ਹੁਕਮ ਦੇ ਗੋਲੇ ਬਣੇ ਹੋਏ ਸਨ। ਭਲਾ ਪੱਕੀਆਂ ਤੇ ਕਲਰਾਠੀਆਂ ਜ਼ਮੀਨਾਂ ਵਿੱਚ ਕਮਾਦ, ਮਕਈ ਤੇ ਸਬਜ਼ੀ ਕਿੱਥੇ ਉੱਗਣੀ ਸੀ? ਇੱਥੇ ਤੇ ਸਿਰਫ ਝੋਨਾ ਹੀ ਬੀਜਿਆ ਜਾ ਸਕਦਾ ਸੀ, ਜਾਂ ਕਿਧਰੇ ਕਣਕ ਤੇ ਜੌਂ ਉੱਗਦੇ ਸਨ। ਇਹੀ ਤੇ ਰਾਹਕ ਕਰ ਰਹੇ ਸਨ। ਸਬਜ਼ੀ ਦੇ ਸ਼ੌਕੀਨ ਜਿਹੜੇ ਆਏ ਸਨ, ਉਹ ਆ ਕੇ ਪਛਤਾ ਰਹੇ ਸਨ।
ਉੱਤੋਂ ਜ਼ਿਮੀਂਦਾਰ ਦੇ ਪੁੱਤਰਾਂ ਤੇ ਸ਼ੇਖਣੀ ਦੀਆਂ ਨਵੀਆਂ ਬੁੱਤੀਆਂ ਤੇ ਫਰਮਾਇਸ਼ਾਂ ਕੌਣ ਪੂਰਾ ਕਰੇ। ਰਾਕਾਂ ਦੇ ਡਰੇ ਡਰੇ ਸਹਿਮੇ ਸਹਿਮੇ ਜੇ ਭੁੱਖੇ ਨੰਗੇ ਬਾਲਾਂ ਨੂੰ ਵੇਖ ਕੇ ਸ਼ੇਖਣੀ ਮੂੰਹ ਵੱਟਦੀ ਤੇ ਪਰਾਂ ਪਰਾਂ ਰਹਿਣ ਲਈ ਆਖਦੀ। ਗੰਦੇ ਤੇ ਬਿਮਾਰ ਜਿਹੇ ਬਾਲ ਸ਼ਹਿਰ ਵਿੱਚ ਰਹਿਣ ਵਾਲੀ ਸ਼ੇਖਣੀ ਨੂੰ ਭਲਾ ਕਿੰਜ ਭਲੇ ਮਾਲੂਮ ਹੋਣੇ ਸਨ। ਗੁਆਚੀ ਗੁਆਚੀ ਰੂਹ ਤੇ ਬੁਝੇ ਬੁਝੇ ਨੈਣਾਂ ਵਾਲੀਆਂ ਮੁਟਿਆਰਾਂ, ਖਾਲੀ ਖਾਲੀ ਤੇ ਉਦਾਸ ਅੱਖਾਂ ਵਾਲੀਆਂ ਸਵਾਣੀਆਂ, ਤਰਲੇ ਪਾਉਂਦੇ ਵਿੱਚ ਜਾਵਣ ਵਾਲੇ ਰਾਹਕ ਭਲਾ ਖਾਂਦੀ ਪੀਂਦੀ ਸ਼ੇਖਣੀ ਨੂੰ ਕਿੱਥੇ ਚੰਗੇ ਲੱਗਣੇ ਸਨ। ਪਰ ਜ਼ਿਮੀਂਦਾਰ ਦੇ ਪੁੱਤਰ ਰਾਕਾਂ ਨੂੰ ਆਪਣਾ ਗੁਲਾਮ ਸਮਝਦੇ ਸਨ ਤੇ ਉਂਝ ਦਾ ਹੀ ਸਲੂਕ ਕਰਦੇ ਸਨ। ਸ਼ੇਖਣੀ ਨਾਲ ਵਿਆਹ ਮਗਰੋਂ ਜ਼ਿਮੀਂਦਾਰ ਹੋਰ ਵੀ ਲੋਭੂ ਹੋ ਗਿਆ ਹੋਇਆ ਸੀ। ਛੋਟੀ ਛੋਟੀ ਗਲਤੀ ਤੇ ਭੁੱਲ ਉੱਤੇ ਵੀ ਰਾਕਾਂ ਕੋਲੋਂ ਸਜ਼ਾ ਦੇ ਬਹਾਨੇ ਜੋ ਕੁਝ ਲੱਭਦਾ ਖੋਹ ਲਿਆ ਕਰਦਾ ਸੀ। ਕਾਕੂ ਲੰਗਾ, ਜਿਹੜਾ ਹਰ ਵੇਲੇ ਰਾਕਾਂ ਦੀਆਂ ਗਲਤੀਆਂ ਤੇ ਭੁੱਲਾਂ ਦੀ ਭਾਲ ਵਿੱਚ ਰਹਿੰਦਾ ਸੀ, ਕੋਈ ਨਾ ਕੋਈ ਗਲਤੀ ਲੱਭ ਹੀ ਲੈਂਦਾ ਤੇ ਸ਼ਿਕਾਇਤਾਂ ਕਰ ਕਰਕੇ ਜ਼ਿਮੀਂਦਾਰ ਦੇ ਕੰਨ ਭਰਦਾ ਰਹਿੰਦਾ। ਕੰਨ ਤੇ ਜ਼ਿਮੀਂਦਾਰ ਦੇ ਭਰੇ ਹੀ ਰਹਿੰਦੇ ਸਨ, ਪਰ ਉਸ ਦਾ ਢਿੱਡ ਨਹੀਂ ਸੀ ਭਰਦਾ। ਇੱਕ ਰਾਹਕ ਸਰਾਜਦੀਨ ਨੂੰ ਸਜ਼ਾ ਲਈ ਆਪਣੀ ਸਾਰੀ ਫਸਲ ਤੋਂ ਵੱਖ ਹੋਣਾ ਪਿਆ ਸੀ। ਗੱਲ ਵੀ ਛੋਟੀ ਜਿਹੀ ਸੀ, ਸਗੋਂ ਹੈ ਹੀ ਨਹੀਂ ਸੀ। ਚੇਤਰ ਦੇ ਦਿਨ ਸਨ, ਛੋਲੇ ਤੇ ਜੌਂ ਪੱਕਣ ਉੱਤੇ ਆ ਗਏ ਸਨ, ਕਣਕਾਂ ਅਜੇ ਹਰੀਆਂ ਸਨ। ਸਰਾਜਦੀਨ ਦੇ ਬਾਲਾਂ ਥੱਬਕ ਜੌਂ ਵੱਢ ਲਿਆਂਦੇ, ਜੌਂ ਭੁੰਨ ਬਣਾ ਕੇ ਪੀਸ ਕੇ ਉਹਨਾਂ ਸੱਤੂ ਬਣਾ ਲਏ। ਜ਼ਿਮੀਂਦਾਰੀ ਵਿੱਚ ਚੇਤਰ ਉਂਝ ਹੀ 13ਵਾਂ ਮਹੀਨਾ ਹੁੰਦਾ ਏ, ਕਿਉਂ ਜੋ ਪਿਛਲੀ ਫਸਲ ਦੇ ਸਾਂਭੇ ਦਾਣੇ ਮੁੱਕ ਜਾਂਦੇ ਨੇ ਤੇ ਅਗਲੀ ਫਸਲ ਅਜੇ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦੀ। ਇਸ ਲਿਹਾਜ਼ ਨਾਲ ਚੇਤਰ ਕਾਲ ਦਾ ਮਹੀਨਾ ਹੁੰਦਾ ਏ। ਵਾਹੀਵਾਨ ਇਸ ਮਹੀਨੇ ਜੌਂ ਡੰਡੇ ਉੱਤੇ ਹੀ ਗੁਜ਼ਾਰਾ ਕਰਦੇ ਨੇ। ਸਾਰੇ ਰਾਹਕ ਹੀ ਇੰਜ ਕਰਦੇ ਸਨ, ਪਰ ਚੱਜ ਨਾਲ, ਅੱਖ ਬਚਾ ਕੇ, ਪਰਦੇ ਨਾਲ। ਸਰਾਜਦੀਨ ਦੇ ਬਾਲਾਂ ਨੂੰ ਚੱਜ ਨਾ ਆਇਆ। ਉਹਨਾਂ ਦੀ ਆਪਣੀ ਵਾਹੀ ਦੇ ਜੌਂ ਸਨ। ਚੰਗੀ ਫਸਲ ਉੱਗੀ ਹੋਵੇ ਤੇ ਉੱਤੇ ਅੰਨ ਵੀ ਚੰਗਾ ਆਇਆ ਹੋਵੇ, ਵਾਹੀਵਾਨ ਨੂੰ ਵੇਖ ਵੇਖ ਚਾਅ ਚੜ੍ਹਦੇ ਨੇ। ਸੋਹਣੀ ਫਸਲ ਪੱਕੀ ਵੇਖੀ, ਘਰ ਵਿੱਚ ਅਨਾਜ ਦੀ ਘਾਟ ਸੀ। ਸਰਾਜਦੀਨ ਦੇ ਬਾਲ ਥੱਬਕ ਜੌਂ ਵੱਢ ਲਿਆਏ ਸਨ। ਕਾਕੂ ਲੰਗੇ ਨੂੰ ਮਾਲੂਮ ਹੋਇਆ ਤਾਂ ਉਸ ਜ਼ਿਮੀਂਦਾਰ ਨੂੰ ਜਾ ਦੱਸਿਆ। ਜ਼ਿਮੀਂਦਾਰ ਹਲਕਾਏ ਕੁੱਤੇ ਵਾਂਗ ਪਹਿਲੇ ਹੀ ਬਹਾਨੇ ਭਾਲਦਾ ਸੀ। ਹਰ ਹਿਲਦੀ ਜੁਲਦੀ ਸ਼ੈ ਨੂੰ ਚੱਕ ਵੱਢਣ ਲਈ ਤਿਆਰ ਸੀ। ਉਸ ਸਰਾਜਦੀਨ ਨੂੰ ਵੀ ਸੱਦ ਲਿਆ ਤੇ ਹੋਰ ਰਾਕਾਂ ਨੂੰ ਵੀ। ਕਈ ਤਮਾਸ਼ਾ ਵੇਖਣ ਵਾਲੇ ਤੇ ਕਈ ਅੰਦਰੋਂ ਅੰਦਰ ਅਫਸੋਸ ਕਰਨ ਵਾਲੇ ਜ਼ਿਮੀਂਦਾਰ ਦੇ ਸਾਹਮਣੇ ਪੇਸ਼ ਹੋਏ। ਸਰਾਜਦੀਨ ਨੂੰ ਚੋਰਾਂ ਵਾਂਗ ਸਾਹਮਣੇ ਖਿਲਾਰ ਕੇ ਆਖਿਆ, ਹਾਂ ਬਈ ਸਰਾਜੀ, ਜੌਆਂ ਦੀ ਕੀ ਗੱਲ ਏ? ਜੀ ਹਾਜੀ ਸਾਹਿਬ, ਕਿਹੜੇ ਜੌਂ? ਸਰਾਜਦੀਨ ਦੀ ਆਵਾਜ਼ ਕੰਬ ਰਹੀ ਸੀ। ਜਿਹੜੇ ਤੂੰ ਵੱਢ ਲਿਆਇਆ ਏ, ਸੁਣਿਆ ਏ ਤੂੰ ਸਾੜ ਬਾਲ ਕੇ, ਪੀਸ ਕੇ ਖੋਜ ਖੁਰਾ ਮਿਟਾ ਦਿੱਤਾ ਏ। ਹਾਂ ਜੀ, ਘਰ ਵਿੱਚ ਕੁਝ ਖਾਵਣ ਨੂੰ ਨਹੀਂ ਸੀ, ਫਾਕੇ ਸਾਂ। ਬਾਲ ਆਪਣੀ ਬੀਜੀ ਫਸਲ ਵਿੱਚੋਂ ਥੱਬਕ ਵੱਢ ਲਿਆਏ ਸਨ ਤੇ ਸੱਤੂਆਂ ਦੀ ਲੱਪ ਬਣਾ ਕੇ ਗੁਜ਼ਾਰਾ ਕੀਤਾ ਏ। ਸਾਡੇ ਉੱਤੇ ਤੰਗੀ ਦੇ ਦਿਨ ਨੇ। ਅੱਛਾ, ਵਾਹ ਪਈ ਵਾਹ, ਵਾਹ ਓਏ ਸਰਾਜੀ, ਲੱਪਕ ਸੱਤੂਆਂ ਦੀ, ਤੇਰੀ ਆਪਣੀ ਬੀਜੀ ਫਸਲ, ਕਿਹਨੂੰ ਪੁੱਛਿਆ ਸੀ ਤੂੰ? ਜ਼ਿਮੀਂਦਾਰ ਚਿੱਤ ਚਿੱਤ ਕੇ ਮੂੰਹ ਵਿੱਚੋਂ ਲਫ਼ਜ਼ ਕੱਢ ਰਿਹਾ ਸੀ ਤੇ ਹੌਲੀ ਹੌਲੀ ਗੁੱਸੇ ਵਿੱਚ ਆ ਰਿਹਾ ਸੀ। ਗੁੱਸੇ ਵਿੱਚ ਆਵਣ ਵੇਲੇ ਉਹ ਆਪਣੀ ਦਾੜੀ ਨੂੰ ਬਹੁਤ ਪਲੋਸਿਆ ਕਰਦਾ ਸੀ। ਇਹ ਹਰਕਤ ਉਹ ਹੁਣ ਵੀ ਕਰ ਰਿਹਾ ਸੀ। ਹੋਰਨਾਂ ਲੋਕਾਂ ਤੇ ਸਰਾਜਦੀਨ ਨੇ ਵੀ ਸਮਝ ਲਿਆ ਕਿ ਹੁਣ ਖੈਰ ਨਹੀਂ। ਸਹਿਮ ਕੇ ਆਜਜ਼ੀ ਨਾਲ ਬੋਲਿਆ, ਹਾਜੀ ਸਾਹਿਬ, ਮੁਆਫ਼ੀ ਦੇ ਦਿਓ। ਘਰ ਵਿੱਚ ਖਾਵਣ ਲਈ ਕੁਝ ਨਹੀਂ ਸੀ। ਮੈਂ ਤੇ ਨਹੀਂ ਸਾਂ ਚਾਹੁੰਦਾ ਕਿ ਪੁੱਛੇ ਬਿਨਾਂ ਤੀਲਾ ਵੀ ਛੇੜਾਂ, ਪਰ ਬਾਲਾਂ ਨੂੰ ਸਮਝ ਨਹੀਂ ਸੀ। ਉਹ ਗਲਤੀ ਕਰ ਬੈਠੇ ਨੇ। ਸਰਾਜਦੀਨ ਹੱਥ ਜੋੜ ਕੇ ਮੁਆਫ਼ੀ ਮੰਗ ਰਿਹਾ ਸੀ। ਕਿਸੇ ਵੀ ਰਾਹਕ ਦੀ ਉਸ ਵੇਲੇ ਬੋਲਣ ਦੀ ਹਿੰਮਤ ਨਹੀਂ ਸੀ ਹੋ ਰਹੀ। ਰਾਕਾਂ ਦੇ ਚਿਹਰਿਆਂ ਤੋਂ ਮਾਲੂਮ ਹੁੰਦਾ ਸੀ ਜਿਵੇਂ ਆਖਣਾ ਚਾਹੁੰਦੇ ਹੋਣ ਕਿ ਵਗਦੇ ਦਰਿਆ ਵਿੱਚੋਂ ਚਿੜੀ ਚੁੰਝ ਭਰ ਲਵੇ ਤੇ ਦਰਿਆ ਦਾ ਕੁਝ ਨਹੀਂ ਵਿਗੜਦਾ, ਪਰ ਕੋਈ ਸੁਣਨ ਵਾਲਾ ਹੋਵੇ ਤੇ ਸੁਣੇ। ਇੰਨੀ ਬੇਵਸੀ ਕਿ ਆਪਣੀ ਵਾਹੀ ਵਿੱਚੋਂ ਰਾਹਕ ਇੱਕ ਦਾਣਾ ਵੀ ਨਹੀਂ ਠੋਂਗ ਸਕਦਾ। ਦੂਜੇ ਰਾਹਕ ਵੀ ਜੌਂ ਡੰਡੇ ਉੱਤੇ ਗੁਜ਼ਾਰਾ ਕਰਦੇ ਸਨ। ਪੈਲੀ ਵਿੱਚੋਂ ਚੋਰੀ ਚੋਰੀ ਵਿਰਲਾ ਵਿਰਲਾ ਸਿੱਟਾ ਡੰਗ ਲਿਆਉਂਦੇ ਸਨ ਤੇ ਰਾਤ ਨੂੰ ਅੰਦਰੋਂ ਅੰਦਰ ਕੁੱਟ ਛੱਟ ਲੈਂਦੇ ਸਨ। ਪਰ ਸਰਾਜਦੀਨ ਦੇ ਘਰਦਿਆਂ ਕੋਲੋਂ ਇੰਜ ਨਾ ਹੋ ਸਕਿਆ। ਉਹ ਆਪਣੀ ਫਸਲ ਦੇ ਚਾਅ ਵਿੱਚ ਗਲਤੀ ਕਰ ਬੈਠੇ ਸਨ ਤੇ ਹੁਣ ਸਰਾਜਦੀਨ ਨੂੰ ਝਾੜਾਂ ਪਾਉਂਦਿਆਂ ਹਾਜੀ ਜ਼ਿਮੀਂਦਾਰ ਕਹਿ ਰਿਹਾ ਸੀ, ਅੱਜ ਤੈਨੂੰ ਫੱਕਾ ਦਾਣਿਆਂ ਦੀ ਲੋੜ ਹੋਸੀ, ਫਿਰ ਮੁੱਠਕ ਚੌਲਾਂ ਦੀ ਗਰਜ ਪੈ ਜਾਸੀ। ਇੰਜ ਤਾਂ ਮੈਨੂੰ ਉਜਾੜ ਦੇਵੇਂਗਾ ਤੂੰ, ਮੇਰਾ ਸਭ ਕੁਝ ਲੁੱਟ ਕੇ ਲੈ ਜਾਵੇਂਗਾ। ਮੈਂ ਆਪਣੀ ਭੋਇਆਂ ਉੱਤੇ ਇਹ ਲੁੱਟ ਨਹੀਂ ਪੈਣ ਦੇਣੀ। ਸਰਾਜਦੀਨ ਬਥੇਰੇ ਤਰਲੇ ਕੀਤੇ ਤੇ ਆਖਿਆ, ਹਾਜੀ ਸਾਹਿਬ,
ਲਾਪਕ ਸੱਤੂਆਂ ਦੇ ਬਦਲੇ ਤੁਸਾਂ ਦੂਣੇ ਭਰ ਲਵੋ। ਆਖਰ ਮੈਂ ਆਪਣੀ ਵਾਹੀ ਕੀਤੀ ਸੀ, ਕਿਸੇ ਦੀ ਵਾਹੀ ਵਿੱਚੋਂ ਸਿੱਟਾ ਨਹੀਂ ਫੜਿਆ। ਆਪਣੀ ਵਾਹੀ ਦਾ ਸਰਾਜਦੀਨ ਦੇ ਮੂੰਹੋਂ ਸੁਣ ਕੇ ਜ਼ਿਮੀਂਦਾਰ ਗਰਮ ਹੋ ਗਿਆ ਤੇ ਗਾਲ ਕੱਢ ਕੇ ਆਖਿਆ, ਭੋਏ ਮੇਰੀ, ਪਾਣੀ ਮੇਰੇ ਟਿਊਬਵੈੱਲ ਦਾ, ਖਰਚੇ ਲਈ ਕਰਜ਼ਾ ਮੈਥੋਂ ਲਿਆ। ਓਏ ਖੋਤੀ ਦਿਆ, ਤੂੰ ਫਸਲ ਬੀਜਣ ਨਾਲ ਹੀ ਮਾਲਕ ਬਣ ਗਿਆ ਏ, ਮੇਰਾ ਕੋਈ ਹੱਕ ਨਹੀਂ। ਜ਼ਿਮੀਂਦਾਰ ਇੰਨਾ ਗੁੱਸੇ ਵਿੱਚ ਸੀ ਕਿ ਕਿਸੇ ਨੂੰ ਵੀ ਮੋੜ ਦੇਣ ਦੀ ਜ਼ੁਰਤ ਨਾ ਹੋਈ। ਉਸ ਆਪਣੇ ਮੁਨਸ਼ੀ ਨੂੰ ਆਖਿਆ, ਓਏ ਕਾਕੂ, ਇਹਦੀ ਸਾਰੀ ਫਸਲ ਕਬਜ਼ੇ ਵਿੱਚ ਕਰਕੇ ਇਹਨੂੰ ਭੋਏ ਤੋਂ ਜਵਾਬ ਦੇ। ਸਾਡੇ ਕੋਲ ਚੋਰਾਂ ਵਾਸਤੇ ਕੋਈ ਥਾਂ ਨਹੀਂ। ਬਹੁਤੀ ਬਕ ਕਰੇ ਤਾਂ ਪੁਲਿਸ ਨੂੰ ਖਬਰ ਕਰ ਦੇਵੀਂ। ਫੈਸਲਾ ਹੋ ਗਿਆ ਸੀ, ਕਿਸੇ ਫਰਿਆਦ ਦੀ ਲੋੜ ਨਹੀਂ ਸੀ। ਜ਼ਿਮੀਂਦਾਰ ਫੈਸਲਾ ਸੁਣਾ ਕੇ ਚਲਾ ਗਿਆ। ਅਗਲੇ ਦਿਨ ਸਰਾਜਦੀਨ ਦੀਆਂ ਫਸਲਾਂ ਉੱਤੇ ਜ਼ਿਮੀਂਦਾਰ ਦੇ ਬੰਦਿਆਂ ਦਾ ਕਬਜ਼ਾ ਹੋ ਗਿਆ ਤੇ ਉਹਦੀ ਕੁੱਲੀ ਵੀ ਪਟਾ ਦਿੱਤੀ ਗਈ ਤੇ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਸੀ। ਰਾਹਕ ਲੋਕ ਅਸਲੋਂ ਹੀ ਡਰ ਗਏ। ਫਸਲ ਚੁੱਕਣ ਮਗਰੋਂ ਕਈ ਲੋਕ ਖਿਸਕਣ ਲੱਗ ਪਏ ਸਨ। ਕੁਝ ਲੋਕ ਤਾਂ ਰਾਤੋਂ ਰਾਤ ਨੱਸ ਗਏ ਸਨ। ਰੋਂਦੂ ਤੇ ਉਹਦੇ ਦੂਜੇ ਘਰ ਵਾਲੇ ਵੀ ਕਿਸੇ ਹੋਰ ਪਿੰਡ ਚਲੇ ਗਏ ਸਨ। ਇਹ ਪਿੰਡ ਉਜੜਨ ਲੱਗ ਪਿਆ ਸੀ। ਇੱਕ ਰਾਤ ਨੂੰ ਅਰਾਈ ਲੋਕ ਵੀ ਚੁੱਪ ਚਪੀਤੇ ਵਾਪਸ ਨੱਸ ਗਏ ਸਨ। ਉਹ ਜਿਵੇਂ ਸ਼ੌਂਕ ਨਾਲ ਆਏ ਸਨ, ਉਦੋਂ ਵੱਧ ਦੁੱਖ ਨਾਲ ਵਾਪਸ ਗਏ ਸਨ। ਪਤਾ ਨਹੀਂ ਪੁਰਾਣੀ ਥਾਂ ਉੱਤੇ ਪਰਤਣ ਨਾਲ ਉਹਨਾਂ ਉੱਤੇ ਕੀ ਵਰਤੀ ਸੀ। ਰੱਬ ਜਾਣੇ ਕਿਸ ਹਾਲ ਹੁਸਨ, ਇੱਥੇ ਤਾਂ ਉਹੀ ਹਾਲ ਸੀ। ਫਸਲ ਬੀਜੋ, ਮਿਹਨਤ ਤੇ ਮਸ਼ੱਕਤ ਨਾਲ ਤਿਆਰ ਕਰੋ, ਪੱਕਣ ਉੱਤੇ ਖੁਸ਼ ਹੋਵੋ, ਦਾਣੇ ਇਕੱਠੇ ਕਰੋ, ਕੁਝ ਕਰਜ਼ੇ ਵਿੱਚ ਤੇ ਕੁਝ ਹਿੱਸੇ ਵਜੋਂ ਜ਼ਿਮੀਂਦਾਰ ਦੇ ਹਵਾਲੇ ਕਰੋ ਤੇ ਆਪ ਇੰਝ ਦੇ ਇੰਝ ਹੀ ਰੱਬ ਦੀਆਂ ਰਹਿਮਤਾਂ ਵੱਲ ਝਾਕਦੇ ਰਹੋ ਤੇ ਜਿੰਦਾ ਰਹਿਣ ਲਈ ਤਰਲੇ ਲੈਂਦੇ ਫਿਰੋ। ਨਵਾਂ ਕਰਜ਼ਾ ਦੇਵਣ ਵੇਲੇ ਜ਼ਿਮੀਂਦਾਰ 100 ਝੜਕਾਂ ਦਿੰਦਾ ਤੇ ਕਈ ਸ਼ਰਤਾਂ ਲਾਉਂਦਾ ਸੀ। ਨਿਮਾਣੇ ਰਾਹਕ ਝੜਕਾਂ ਸਹਿ ਲੈਂਦੇ ਤੇ ਸ਼ਰਤਾਂ ਮੰਨ ਜਾਂਦੇ। ਫਸਲ ਕਿੰਨੀ ਵੀ ਹੋਵੇ, ਕਦੇ ਕਿਸੇ ਰਾਹਕ ਦਾ ਕਰਜ਼ਾ ਨਹੀਂ ਸੀ ਉਤਰਦਾ। ਜੇ ਕਿਸੇ ਰਾਹਕ ਕੋਲ ਚੰਗੀ ਲਿਆਰੀ ਹੁੰਦੀ ਤਾਂ ਜ਼ਿਮੀਂਦਾਰ ਕਰਜ਼ੇ ਵਿੱਚ ਉਹ ਵੀ ਖੋਲ੍ਹ ਕੇ ਲੈ ਜਾਇਆ ਕਰਦਾ ਸੀ। ਇੰਝ ਹੀ ਉਸ ਪਿੰਡ ਵਿੱਚ ਕਈ ਬਹਾਰਾਂ ਆਈਆਂ ਤੇ ਕਈ ਬਹਾਰਾਂ ਗਈਆਂ, ਪਰ ਕਿਸੇ ਵੀ ਰਾਹਕ ਨੂੰ ਬਹਾਰ ਦੇ ਆਵਣ ਤੇ ਜਾਵਣ ਦੀ ਉੱਕਾ ਖਬਰ ਨਹੀਂ ਸੀ ਹੁੰਦੀ। ਉਹ ਤੇ ਬਸ ਕੰਮ ਵਿੱਚ ਜੁਟੇ ਰਹਿੰਦੇ ਸਨ। ਪਤਾ ਨਹੀਂ ਕਿਹੜੀ ਘੜੀ ਦੀ ਉਡੀਕ ਵਿੱਚ ਸਨ, ਜਿਹੜੀ ਅਜੇ ਤੀਕਰ ਨਹੀਂ ਸੀ ਆ ਰਹੀ ਤੇ ਨਾ ਹੀ ਉਹਦੇ ਆਵਣ ਬਾਰੇ ਕਿਸੇ ਨੂੰ ਕੁਝ ਮਾਲੂਮ ਸੀ। ਅਚਨਚੇਤ ਪੂਰੀ ਜੂਹ ਵਿੱਚ ਇੱਕ ਨਵੀਂ ਗੱਲ ਖਿੱਲਰ ਗਈ। ਰਾਕਾਂ ਦੀਆਂ ਉਦਾਸ ਤੇ ਬੁਝੀਆਂ ਅੱਖਾਂ ਵਿੱਚ ਇੱਕ ਪਲ ਲਈ ਚਮਕ ਆਉਂਦੀ ਤੇ ਦੂਜੇ ਪਲ ਫਿਰ ਸਹਿਮ ਜਾਂਦੇ। ਇੱਕ ਦੂਜੇ ਨਾਲ ਮੂੰਹ ਜੋੜ ਕੇ ਸਲਾਹ ਕਰਦੇ, ਪੁੱਛਦੇ ਦੱਸਦੇ, ਉਮੀਦ ਤੇ ਨਾ ਉਮੀਦ ਦੇ ਵਿਚਕਾਰ ਤਣੇ ਗਏ ਸਨ। ਪੰਜਾਬ ਦੇ ਇੱਕ ਵੱਡੇ ਰਿਟਾਇਰਡ ਸਰਕਾਰੀ ਅਫਸਰ ਨੂੰ ਸਿੰਧ ਵਿੱਚ ਆਪਣੀ ਜਾਗੀਰ ਆਬਾਦ ਕਰਨ ਵਾਸਤੇ ਪੰਜਾਬੀ ਰਾਹਕ ਚਾਹੀਦੇ ਸਨ। ਬਹੁਤ ਜ਼ਿਆਦਾ ਰਾਕਾਂ ਦੀ ਲੋੜ ਸੀ ਉਹਨੂੰ। ਉਸ ਆਪਣੇ ਬੰਦਿਆਂ ਰਾਹੀਂ ਸਾਰੀ ਜੂਹ ਵਿੱਚ ਆਪਣੀ ਲੋੜ ਬਾਰੇ ਗੱਲ ਖਿਲਾਰ ਦਿੱਤੀ। ਨਾਲ ਹੀ ਰਾਕਾਂ ਨੂੰ ਫਸਲਾਂ ਵਿੱਚੋਂ ਵੱਧ ਹਿੱਸਾ ਦੇਣ ਦਾ ਲੋਭ ਦਿੱਤਾ। ਹੋਰ ਸਹੂਲਤਾਂ ਦੇ ਨਾਲ ਇਹ ਵੀ ਆਖਿਆ ਕਿ ਇੱਥੋਂ ਦੇ ਰਾਕਾਂ ਦੇ ਕਰਜ਼ੇ ਵੀ ਆਪਣੇ ਪੱਲਿਓਂ ਮੋੜੇਗਾ ਤੇ ਉੱਥੇ ਸਿੰਧ ਵਿੱਚ ਅਗਲੇ 6 ਮਹੀਨੇ ਲਈ ਰਾਕਾਂ ਨੂੰ ਰਾਸ਼ਨ ਵੀ ਮੁਫਤ ਦੇਵੇਗਾ। ਸਿੰਧ ਜਾਵਣ ਲਈ ਕਿਰਾਇਆ ਭਾੜਾ ਵੀ ਰਾਜਾ ਦੇਵੇਗਾ। ਰਿਟਾਇਰਡ ਸਰਕਾਰੀ ਅਫਸਰ ਨੂੰ ਉਸਦੇ ਕਰਿੰਦੇ ਰਾਜਾ ਹੀ ਆਖਦੇ ਸਨ। ਰਾਜੇ ਵੱਲੋਂ ਸਹੂਲਤਾਂ ਸੁਣ ਕੇ ਰਾਹਕ ਖੁਸ਼ ਹੁੰਦੇ। ਉਹਨਾਂ ਦੇ ਚਿਹਰੇ ਖਿਲ ਪੈਂਦੇ ਸਨ, ਪਰ ਨਾਲ ਹੀ ਡਰ ਜਾਂਦੇ ਕਿ ਕਿਧਰੇ ਪਰਦੇਸਾਂ ਵਿੱਚ ਰੁਲ ਕੇ ਹੀ ਨਾ ਮਰ ਜਾਈਏ, ਰਾਜਾ ਆਪਣੀ ਗੱਲ ਤੋਂ ਮੁੱਕਰ ਹੀ ਨਾ ਜਾਵੇ। ਇਸੇ ਗੱਲ ਪਾਰੋਂ ਰਾਹਕ ਕਦੀ ਦਿਲ ਕੱਢਦੇ ਤੇ ਕਦੀ ਦੜ ਵੱਟ ਲੈਂਦੇ ਸਨ। ਸਿੰਧ ਜਾਵਣ ਲਈ ਤਾਇਆ ਤਾਂ ਬਹੁਤ ਕਾਹਲੀ ਵਿਖਾ ਰਿਹਾ ਸੀ। ਉਹ ਆਖਦਾ, ਜਾਣਾ ਤੇ ਅਸਾਂ ਕਿਸੇ ਦੇ ਖਰਚ ਉੱਤੇ ਵੇ, ਫੇਰ ਡਰ ਕਾਹਦਾ। ਉੱਥੇ ਕੁਝ ਵੇਲੇ ਮਗਰੋਂ ਆਪ ਜ਼ਮੀਨਾਂ ਖਰੀਦ ਲਵਾਂਗੇ। ਸੁਣਿਆ ਏ ਸਿੰਧ ਵਿੱਚ ਜ਼ਮੀਨਾਂ ਬਹੁਤ ਸਸਤੀਆਂ ਹੁੰਦੀਆਂ ਨੇ। ਚਾਚਾ ਤੇ ਮੇਰਾ ਪਿਓ ਆਖਦੇ, ਸਾਈਂ। ਤਾਇਆ ਹੁਣ ਆਪ ਭੰਗ ਪੀਵਣ ਲੱਗ ਪਿਆ ਤੇ ਦਰਵੇਸ਼ਾਂ ਨਾਲ ਰਲ ਕੇ ਬਹਿੰਦਾ ਸੀ। ਜਵਾਨੀ ਦਾ ਜ਼ੋਰ ਟੁੱਟਣ ਪਾਰੋਂ ਜਾਂ ਖੌਰੇ ਕਿਸੇ ਹੋਰ ਵਜ੍ਹਾ ਕਾਰਨ ਤਾਇਆ ਕਦੇ ਫਕੀਰਾਂ ਵਾਂਗ ਧੂਣੀ ਦੁਖਾ ਕੇ ਵੀ ਬਹਿ ਜਾਇਆ ਕਰਦਾ ਸੀ, ਜਿਹਨੂੰ ਉਹ ਮੱਚ ਆਖਦਾ ਸੀ। ਇਸੇ ਲਈ ਅਸਾਂ ਸਾਰੇ ਤਾਏ ਨੂੰ ਸਾਈਂ ਆਖਣ ਲੱਗ ਪਏ ਸਾਂ। ਜ਼ਮੀਨਾਂ ਤੇ ਪੈਸੇ ਨਾਲ ਖਰੀਦੀਆਂ ਜਾਂਦੀਆਂ ਨੇ, ਸਾਡੇ ਕੋਲ ਪੈਸੇ ਕਿੱਥੋਂ ਆਏ? ਓਏ ਝੁੱਡੂਓ, ਕਿੰਨਾ ਮਾਲ ਡੰਗਰ ਏ ਤੁਹਾਡੇ ਕੋਲ, ਇਹ ਵੇਚ ਦੇਵੋ। ਇਹਨਾਂ ਪੈਸਿਆਂ ਨਾਲ ਤੇ ਉੱਥੇ 2 ਮੁਰੱਬੇ ਭੋਏ ਖਰੀਦੀ ਜਾ ਸਕਦੀ ਏ। ਨਾਲੇ ਉੱਥੇ ਜਾ ਕੇ ਅਸਾਂ ਹੱਥਾਂ ਉੱਤੇ ਹੱਥ ਰੱਖ ਕੇ ਬੈਠਦੇ ਨਹੀਂ ਜਾਣਾ, ਕਮਾਈ ਕਰਸਾਂ ਕਮਾਈ। ਤਾਇਆ ਜੋਸ਼ ਨਾਲ ਆਖਦਾ, ਫੇਰ ਸਾਡੇ ਦਿਨ ਵੀ ਫਿਰ ਜਾਸਨ ਤੇ ਅਸਾਂ ਵੀ ਭੋਏ ਵਾਲੇ ਹੋ ਜਾਵਾਂਗੇ।
ਪਰ ਜਵਾਬ ਵਿੱਚ ਛੋਟੇ ਭਰਾ ਡਰਦੇ ਤੇ ਚਿੰਤਾ ਕਰਦੇ। ਆਖਦੇ, ਕਿਧਰੇ ਪਰਦੇਸ ਵਿੱਚ ਗਵਾਚ ਹੀ ਨਾ ਜਾਈਏ ਸਾਈਂ, ਸੋਚ ਲੈ। ਅੱਗੋਂ ਤਾਇਆ ਖਿੱਝ ਕੇ ਪੈਂਦਾ ਤੇ ਆਖਦਾ, ਸੱਪ ਛੀਂ, ਫਕੀਰ ਦਾ ਦੇਸ਼ ਕਿਹੜਾ? ਤੁਹਾਡਾ ਇੱਥੇ ਫਲਾਨਾ ਥੋਕ ਪਿਆ ਏ। ਆਏ ਵੱਡੇ ਦੇਸ਼ਾਂ ਵਾਲੇ। ਓਏ ਮੂਰਖੋ, ਸਾਨੂੰ ਇੱਥੇ ਕੋਈ ਜਨੌਰ ਵੀ ਨਹੀਂ ਸਮਝਦਾ। ਡੰਗਰ ਸਮਝਦੇ ਨੇ ਜ਼ਿਮੀਂਦਾਰ ਸਾਨੂੰ। ਰੱਬ ਦਾ ਨਾਂ ਲਵੋ ਤੇ ਇੱਥੋਂ ਨਿਕਲ ਚੱਲੀਏ, ਨਹੀਂ ਤਾਂ ਇਸ ਧਰਤੀ ਵਿੱਚ ਸਾਨੂੰ ਕਫਨ ਵੀ ਨਸੀਬ ਨਹੀਂ ਹੋਣਾ। ਇਹ ਸਿਰ ਕੱਪ ਧਰਤੀ ਏ। ਪਰ ਅਸਾਂ ਇਕੱਲੇ ਹੀ ਟੁਰ ਪਈਏ ਸਾਈਂ। ਅੰਗ ਨਾ ਸਾਕ, ਕੋਈ ਤਾਂ ਸਾਡੇ ਨਾਲ ਜਾਵੇ। ਕੀ ਸਾਨੂੰ ਇਕੱਲਿਆਂ ਨੂੰ ਗਿੱਦੜ ਪੈਂਦੇ ਨੇ? ਤਾਇਆ ਜੋਸ਼ ਤੇ ਕਾਹਲੀ ਨਾਲ ਆਖਦਾ, ਬਹੁਤ ਲੋਕ ਜਾ ਰਹੇ ਨੇ, ਬਸ ਮੋਹਰ ਲਾਵਣ ਦੀ ਦੇਰ ਏ। ਪਰ ਇਹ ਮੋਹਰ ਅਸਾਂ ਲਾਵਣੀ ਏ? ਭਰਾ ਆਖਦੇ, ਲੋਕਾਂ ਦੇ ਮੂੰਹ ਅੱਗੇ ਅਸੀਂ ਕਿਉਂ ਆਈਏ? ਕਿਹੜੇ ਲੋਕ? ਛੱਡੋ ਲੋਕਾਂ ਨੂੰ, ਤੁਸੀਂ ਆਪਣੀ ਗੱਲ ਕਰੋ, ਆਪਣੀ। ਸਾਰੇ ਅੰਗ ਸਾਕ ਅਸੀਂ ਕਿਉਂ ਛੱਡ ਜਾਈਏ? ਸਾਈਂ ਤੈਨੂੰ ਤੇ ਬੂਟੀ ਦੀ ਖੁਮਾਰੀ ਚੜ੍ਹੀ ਰਹਿੰਦੀ ਏ, ਕਿਉਂ ਸਾਡਾ ਬੀ ਘੋਟਣ ਲੱਗਾ ਏ? ਤਾਏ ਨੂੰ ਇਸ ਗੱਲ ਤੇ ਗੁੱਸਾ ਚੜ੍ਹ ਜਾਂਦਾ ਤੇ ਆਖਦਾ, ਅੱਗੇ ਤੁਹਾਡਾ ਬੀ ਬੜਾ ਪੁੰਗਰ ਪੈਂਦਾ ਏ, ਡਰਾਕਲ ਕਿਸੇ ਥਾਂ ਦੇ। ਤੁਸਾਂ ਨਹੀਂ ਜਾਣਾ ਤੇ ਨਾ ਜਾਓ, ਮੈਂ ਤਾਂ ਜਾਸਾਂ। ਤਾਏ ਦੀ ਜਿੱਦ ਕੰਮ ਵਿਖਾ ਗਈ। ਛੋਟੇ ਭਰਾ ਵੱਡੇ ਭਰਾ ਨੂੰ ਭਲਾ ਕਿਵੇਂ ਛੱਡ ਸਕਦੇ ਸਨ? ਚੁੱਪ ਕਰ ਜਾਂਦੇ ਤਾਂ ਤਾਇਆ ਫੇਰ ਆਖਦਾ, ਖੌਰੇ ਰੱਬ ਕੋਈ ਚੰਗਾ ਸਬੱਬ ਲਾ ਦੇਵੇ। ਜੇ ਕੁਝ ਵੀ ਟੂਣਾ ਨਾ ਫਿਰਿਆ ਤਾਂ ਸਾਡੇ ਕਿਹੜੇ ਬੂੰਦੇ ਲਾ ਜਾਵਣਗੇ? ਸਾਡੇ ਪੱਲੇ ਹੀ ਕੀ ਏ? ਜਿਸ ਦੇ ਗਵਾਚਣ ਦਾ ਤੁਹਾਨੂੰ ਤੌਖਲਾ ਲੱਗਾ ਹੋਇਆ ਏ, ਮੇਰੀ ਮੰਨੋ ਤੇ ਵੇਲਾ ਨਾ ਗਵਾਓ। ਹਰ ਘਰ ਰੋਜ਼ ਹੀ ਬਹਿਸ ਹੁੰਦੀ, ਜਾਈਏ ਕਿ ਨਾ ਜਾਈਏ, ਕਿੰਜ ਦਾ ਸਲੂਕ ਕਰਨਗੇ। ਜੇ ਉੱਥੇ ਜਾ ਕੇ ਰਾਜੇ ਮੂੰਹ ਫੇਰ ਲਿਆ ਤੇ ਫੇਰ ਕੀ ਹੋਸੀ? ਇੰਝ ਹੀ ਹਰ ਰਾਤ ਨੂੰ ਸਿੰਧ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਕੁਝ ਜੀ ਜਾਵਣ ਲਈ ਤਿਆਰ ਹੁੰਦੇ ਤੇ ਕੁਝ ਨਾ ਜਾਵਣ ਤੇ ਜ਼ੋਰ ਦਿੰਦੇ। ਪੂਰੀ ਜੂਹ ਵਿੱਚ ਇਹੀ ਰੌਲਾ ਸੀ। ਜੂਹ ਕੀ, ਰਾਜੇ ਤੇ ਪੂਰੀ ਤਹਿਸੀਲ ਫਿਰੋਜ਼ ਵਾਲੇ ਵਿੱਚ ਗੱਲ ਢੋਰ ਛੱਡੀ ਸੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।